ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਇੰਪੋਰਟੈਂਟ ਅਪਡੇਟਸ ਤਾਂ ਤੁਹਾਨੂੰ ਹਰ ਵੇਲੇ ਦਿੰਦੇ ਆ, ਪਰ ਉਹਦੇ ਨਾਲ ਕੁਝ ਅੱਜ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੂੰਗਾ ਕਿਉਂਕਿ ਸੈਪਟੈਂਬਰ ਦੀ ਜੋ ਰਿਕਰੂਟਮੈਂਟ ਕੀਤੀ ਔਰ ਜੋ ਉਹਦੇ 'ਚ ਐਡਮਿਸ਼ਨ ਪ੍ਰੋਸੈਸ 'ਚੋਂ ਅਸੀਂ ਨਿਕਲੇ ਜਾਂ ਨਿਕਲ ਰਹੇ ਹਾਂ ਉਹਨੂੰ ਲੈ ਕੇ ਕੁਝ ਖਾਸ ਚੀਜ਼ਾਂ ਨੇ ਕਿ ਜਿਹੜੇ ਬੱਚੇ ਇੰਟਰਵਿਊਜ਼ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਔਰ ਜਿਹੜੇ ਬੱਚੇ ਉਹਨਾਂ 'ਚ ਐਡਮਿਸ਼ਨ ਲੈਂਦੇ ਨੇ ਤਾਂ ਕਿਹੜੀਆਂ ਉਹ ਗਲਤੀਆਂ ਰਿਪੀਟਡਲੀ ਕਰ ਰਹੇ ਨੇ। ਇਹ ਜਿਹੜੇ ਮੇਰੇ ਬੱਚੇ ਨੇ ਉਹਨਾਂ ਨੂੰ ਡੈਫੀਨੇਟਲੀ ਅਸੀਂ ਕਿਤੇ ਨਾ ਕਿਤੇ ਟ੍ਰੇਨਡ ਕਰਦੇ ਹਾਂ, ਉਸ ਤਰੀਕੇ ਨਾਲ ਐਡਵਾਈਸ ਕਰਦੇ ਹਾਂ, ਸਲਾਹ ਦਿੰਦੇ ਹਾਂ। ਬਟ ਤੁਸੀਂ ਕਈ ਬੱਚੇ ਅਲੱਗ-ਅਲੱਗ ਕੰਸਲਟੈਂਟਸ ਕੋ ਅਲੱਗ-ਅਲੱਗ ਐਕਸਪਰਟਸ ਕੋ ਅਪਲਾਈ ਕਰ ਰਹੇ ਹੋ, ਕੋਈ ਤੁਹਾਨੂੰ ਦੱਸਦਾ ਹੋਊਗਾ, ਕੋਈ ਨਹੀਂ ਦੱਸਦਾ ਹੋਊਗਾ। ਪਰ ਅੱਜ ਮੈਂ ਉਹ ਇੰਪੋਰਟੈਂਟ 5 ਚੀਜ਼ਾਂ ਦੱਸਣੀਆਂ ਚਾਹੂੰਗਾ ਜਿਹੜੀਆਂ ਅਗਰ ਤੁਸੀਂ ਧਿਆਨ ਵਿੱਚ ਰੱਖੋਗੇ ਤਾਂ ਇੰਟਰਵਿਊ ਕਲੀਅਰ ਕਰਨ ਦੀ ਜਿਹੜੀ ਪ੍ਰੋਬੈਬਿਲਿਟੀ ਹੈ, ਜਿਹੜੇ ਚਾਂਸਿਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਣਗੇ। ਮਤਲਬ ਤੁਹਾਡੇ ਹਾਈ ਚਾਂਸਿਸ ਹੋਣਗੇ ਇੰਟਰਵਿਊ ਨੂੰ ਕਲੀਅਰ ਕਰਨ ਦੇ, ਕਿਉਂਕਿ ਇਹ 5 ਬੇਸਿਕ ਮਿਸਟੇਕਸ ਨੇ ਜਿਹੜੀਆਂ ਤੁਸੀਂ ਕਰਦੇ ਹੋ ਹਮੇਸ਼ਾ ਜਦੋਂ ਵੀ ਇੰਟਰਵਿਊ ਅਟੈਂਡ ਕਰਨੀ ਹੁੰਦੀ ਹੈ। ਚਾਹੇ ਤੁਸੀਂ ਇਹਦੇ 'ਚੋਂ 1 ਕਰਦੇ ਹੋ ਤੇ ਚਾਹੇ 2 ਕਰਦੇ ਹੋ ਜਾਂ 5 ਕਰਦੇ ਹੋ, ਇਹ ਤੁਸੀਂ ਬਿਹਤਰ ਜਾਣਦੇ ਹੋ। ਪਰ ਇੰਟਰਵਿਊਜ਼ ਨੂੰ ਕਿੱਦਾਂ ਕਲੀਅਰ ਕੀਤਾ ਜਾਂਦਾ ਔਰ ਕਿਹੜੀਆਂ ਚੀਜ਼ਾਂ ਉਹਦੇ 'ਚ ਖਾਸ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਉਹਦੇ ਉੱਤੇ ਅੱਜ ਮੈਂ ਤੁਹਾਨੂੰ ਦੱਸੂੰਗਾ। ਪਹਿਲਾਂ ਮੈਂ ਚਾਹੂੰਗਾ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਇੱਦਾਂ ਦੀਆਂ ਇੰਪੋਰਟੈਂਟ ਇਨਫੋਰਮੇਸ਼ਨਸ ਤੁਹਾਡੇ ਤੱਕ ਹਮੇਸ਼ਾ ਪਹੁੰਚਦੀਆਂ ਰਹਿਣ ਔਰ ਤੁਸੀਂ ਹਮੇਸ਼ਾ ਨਵੀਆਂ ਚੀਜ਼ਾਂ ਦੇ ਨਾਲ, ਨਵੇਂ ਸਿਸਟਮ ਦੇ ਨਾਲ ਔਰ ਇੰਟਰਵਿਊਜ਼ ਨੂੰ ਖਾਸ ਕਰਕੇ ਜਿਹੜੀਆਂ ਬਹੁਤ ਸਾਰੇ ਬੱਚੇ ਇਹਨਾਂ 'ਚ ਸਟਕ ਹੁੰਦੇ ਆ, ਲੋ ਪ੍ਰੋਫਾਈਲਸ ਹੁੰਦੇ ਆ, ਸੋ ਉਹਨਾਂ ਦੇ ਬਹੁਤ ਕੰਮ ਦੀਆਂ ਚੀਜ਼ਾਂ ਨੇ। ਸੋ ਕਿਹੜੀਆਂ ਨੇ ਉਹ 5 ਚੀਜ਼ਾਂ, ਉਹਦੇ ਤੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਔਰ ਇੰਪੋਰਟੈਂਟ ਚੀਜ਼ ਹੈ ਟਾਈਮ ਔਰ ਲੋਕੇਸ਼ਨ ਦੀ ਮਿਸਮੈਨੇਜਮੈਂਟ। ਜੀ ਹਾਂ, ਬਿਲਕੁਲ ਜ਼ਿਆਦਾਤਰ ਬੱਚੇ ਇਹ ਜਿਹੜੇ ਇੰਟਰਵਿਊਜ਼ ਤੁਹਾਡੇ ਆਉਂਦੇ ਆ, ਅੰਬੈਸੀ ਇੰਟਰਵਿਊ ਹਮੇਸ਼ਾ ਸਰਪ੍ਰਾਈਜ਼ਿੰਗ ਹੁੰਦੇ ਆ, ਉਹ ਡਿਫਾਈਨ ਨਹੀਂ ਹੁੰਦਾ ਕਿ ਇਸ ਟਾਈਮ ਕਿੰਨੇ ਵਜੇ ਆਊਗਾ। ਬਟ ਯੂਨੀਵਰਸਿਟੀਆਂ ਦੇ ਜਿਹੜੇ ਇੰਟਰਵਿਊ ਹੁੰਦੇ ਆ ਦੇ ਆਰ ਮੋਸਟਲੀ ਡਿਫਾਈਨਡ ਕਿ ਉਹ ਕਿੰਨੇ ਵਜੇ ਕਿਸ ਦਿਨ ਤੁਹਾਨੂੰ ਕਾਲ ਕਰਨਗੇ। ਬਟ ਜ਼ਿਆਦਾਤਰ ਦੇਖਣ ਨੂੰ ਆ ਮਿਲਦਾ ਹੈ ਕਿ ਬੱਚੇ ਉਹ ਟਾਈਮ ਨੂੰ ਚੰਗੇ ਤਰੀਕੇ ਨਾਲ ਮੈਨੇਜ ਨਹੀਂ ਕਰਦੇ। ਕਈ ਉਸ ਟਾਈਮ ਇੱਦਾਂ ਦੀ ਲੋਕੇਸ਼ਨ 'ਤੇ ਹੁੰਦੇ ਨੇ ਜਿੱਥੇ ਭੀੜ ਭੜੱਕਾ ਜਾਂ ਰੌਲਾ ਰੱਪਾ ਹੁੰਦਾ ਬੈਕ ਸਾਈਡ 'ਤੇ, ਜਾਂ ਉਸ ਸਮੇਂ ਦੀ ਵੀ ਕਦਰ ਨਹੀਂ ਕਰਦੇ ਕਿ ਜੇ ਉਹ ਸਮਾਂ ਉਹਨਾਂ ਨੂੰ ਦਿੱਤਾ ਹੈ ਉਹ ਐਗਜ਼ੈਕਟਲੀ ਉਹਦੇ ਉੱਤੇ ਅਵੇਲੇਬਲ ਨਹੀਂ ਹੁੰਦੇ। ਕਈ ਵਾਰੀ ਕਨੈਕਟ ਹੋਣ 'ਚ ਜਿਹੜਾ ਆਫਿਸਰ ਹੈ ਉਹਨੂੰ ਅੱਧਾ ਘੰਟਾ ਤੱਕ ਤੁਹਾਡੇ ਨਾਲ ਲੱਗ ਜਾਂਦਾ ਹੈ। ਸੋ ਇਟ ਆਲ ਡਿਪੈਂਡ। ਸੋ ਆਹ ਇੱਕ ਸਭ ਤੋਂ ਵੱਡੀ ਮਿਸਟੇਕ ਕਰਦੇ ਆ ਜਿਹਦੇ ਨਾਲ ਤੁਸੀਂ ਜਿਹੜਾ ਇੰਟਰਵਿਊਅਰ ਹੈ, ਜਿਹਨੇ ਤੁਹਾਡੀ ਇੰਟਰਵਿਊ ਲੈਣੀ ਹੈ, ਤੁਸੀਂ ਉਹਨੂੰ ਬਿਲਕੁਲ ਪੁੱਟ ਆਫ ਕਰ ਦਿੰਦੇ ਹੋ, ਉਹਨੂੰ ਇੱਕ ਤਰ੍ਹਾਂ ਨਾਰਾਜ਼ ਕਰ ਦਿੰਦੇ ਹੋ, ਉਹਨੂੰ ਇੱਕ ਗੁੱਸਾ ਦਵਾ ਦਿੰਦੇ ਹੋ। ਅਗਲਾ ਕੀ ਚਾਹੁੰਦਾ ਕਿ ਜਦੋਂ ਮੈਂ ਆਪਣੇ ਫੋਨ ਤੋਂ ਕਾਲ ਘੁਮਾਵਾਂ ਤਾਂ ਉਹ 1 ਮਿੰਟ ਦੇ ਸੈਕਿੰਡ ਦੇ ਵਿੱਚ ਜਾਂ ਮਿੰਟ ਦੇ ਵਿੱਚ ਉਹ ਤੁਹਾਡੇ ਨਾਲ ਕਨੈਕਟ ਹੋ ਸਕੇ। ਉਹ ਤੁਹਾਡੇ ਨਾਲ 10 ਵਾਰੀ ਫੋਨ ਨਹੀਂ ਟਰਾਈ ਕਰਨਾ ਚਾਹੁੰਦਾ। ਇਸ ਚੀਜ਼ ਨੂੰ ਸਮਝੋ, ਪ੍ਰੋਫੈਸ਼ਨਲਿਜ਼ਮ ਨੂੰ ਸਾਨੂੰ ਸਿੱਖਣਾ ਪਊਗਾ। ਉਹ ਚੀਜ਼ਾਂ ਐਕਸਪੈਕਟ ਨਹੀਂ ਕਰਦੇ ਔਰ ਇਹ ਵੀ ਇੱਕ ਤੁਹਾਡੀ ਨੈਗੇਟਿਵ ਮਾਰਕਿੰਗ ਦਾ ਕਾਰਨ ਬਣ ਜਾਂਦਾ ਜਦੋਂ ਤੁਸੀਂ ਚੱਜ ਨਾਲ ਆਪਣੀ ਇੰਟਰਵਿਊ ਨੂੰ ਸਟਾਰਟ ਤੱਕ ਨਹੀਂ ਕਰ ਪਾਉਂਦੇ। ਸੋ ਦੂਜੀ ਸਭ ਤੋਂ ਵੱਡੀ ਜਿਹੜੀ ਮਿਸਟੇਕ ਅਸੀਂ ਦੇਖਦੇ ਹਾਂ ਕਿ ਬੱਚੇ ਹਮੇਸ਼ਾ ਜਦੋਂ ਇੰਟਰਵਿਊਅਰ ਕੋਈ ਕੁਐਸਚਨ ਪੁੱਛਦਾ ਹੈ ਤੇ ਉਸ ਕੁਐਸਚਨ ਨੂੰ ਕਈ ਵਾਰ 1 ਜਾਂ 2 ਸ਼ਬਦਾਂ 'ਚ ਖਤਮ ਕਰ ਦਿੰਦੇ ਆ। ਇਹ ਇੱਕ ਅਨਦਰ ਵੱਡੀ ਬਲੰਡਰ ਹੈ ਜਿਹੜੀ ਤੁਸੀਂ ਕਰਦੇ ਹੋ। ਇੱਥੇ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਵੀ ਉਹ ਕੁਐਸਚਨ ਪੁੱਛੇ, ਬੇਸਿਕ ਕੁਐਸਚਨ ਵੀ ਪੁੱਛੇ, ਬਹੁਤ ਘੱਟ ਕੁਐਸਚਨ ਹੁੰਦੇ ਨੇ ਜਿਨ੍ਹਾਂ ਦਾ ਆਨਸਰ 1 ਜਾਂ 2 ਵਰਡ 'ਚ ਹੋ ਸਕਦਾ। ਮੰਨ ਲਓ ਤੁਹਾਡਾ ਨਾਮ ਕਨਫਰਮ ਕਰ ਰਿਹਾ, ਲੇਕਿਨ ਇਹ ਕਨਫਰਮੇਸ਼ਨਾਂ ਹੁੰਦੀਆਂ ਨੇ ਜਿਹੜੀਆਂ ਉਹ ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਕਰਦਾ। ਇਹ ਇੰਟਰਵਿਊ ਨਹੀਂ ਹੁੰਦੀ। ਇੰਟਰਵਿਊ ਦੇ ਜਿੰਨੇ ਵੀ ਸਵਾਲ ਹੁੰਦੇ ਨੇ ਐਕਸਪੈਕਟ ਕਰ ਰਿਹਾ ਹੁੰਦਾ ਆਫਿਸਰ ਕਿ ਤੁਸੀਂ ਘੱਟੋ ਘੱਟ ਉਹਨੂੰ 4 ਤੋਂ 5 ਲਾਈਨਾਂ ਤੱਕ ਐਕਸਪੈਂਡ ਕਰੋ। ਮਤਲਬ ਤੁਹਾਡੇ ਕੋਲ ਹਰ ਚੀਜ਼ ਦੀ ਇੱਕ ਪ੍ਰੋਪਰ ਐਕਸਪਲੇਨੇਸ਼ਨ ਹੋਵੇ। 2-3 ਚੀਜ਼ਾਂ ਦੇ ਵਿੱਚ ਉਹ ਸ਼ਬਦ ਖਤਮ ਨਹੀਂ ਹੋ ਸਕਦੇ। ਸੋ ਇਹ ਚੀਜ਼ਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਇਸ ਲਈ ਪਹਿਲਾਂ ਇੰਟਰਵਿਊ ਦੀ ਪ੍ਰੈਪਰੇਸ਼ਨ ਨੂੰ ਇੰਪੋਰਟੈਂਸ ਦੇਵੋ। ਉਹਦੇ ਲਈ ਜ਼ਰੂਰੀ ਹੈ ਆਪਣੇ ਪ੍ਰੋਫਾਈਲ ਨੂੰ ਖੁਦ ਨੂੰ ਧਿਆਨ ਨਾਲ ਸਮਝਣਾ, ਤੁਸੀਂ ਪੜ੍ਹਨ ਕਿਉਂ ਜਾ ਰਹੇ ਹੋ ਉਸ ਚੀਜ਼ ਨੂੰ ਸਮਝਣਾ। ਇਹ ਪੁਆਇੰਟ ਮੈਂ ਨੈਕਸਟ ਵੀ ਜ਼ਿਕਰ ਕਰੂੰਗਾ। ਬਟ ਸਭ ਤੋਂ ਪਹਿਲਾਂ ਇਨ ਸ਼ਾਰਟ ਮੈਂ ਕਹਿਣਾ ਚਾਹੁੰਦਾ ਕਿਸੇ ਵੀ ਕੁਐਸਚਨ ਦਾ ਆਨਸਰ 1 ਜਾਂ 2 ਸ਼ਬਦਾਂ 'ਚ ਕਦੀ ਨਾ ਦੇਵੋ। ਹਮੇਸ਼ਾ ਉਹਨੂੰ 3 ਤੋਂ 4 ਸੈਂਟੈਂਸ ਬਣਾਉਣ ਦੇ ਚੱਕਰਾਂ 'ਚ ਰਹੋ ਔਰ ਅੱਛੇ ਸੈਂਟੈਂਸ ਬਣਾਉਣ ਦੇ ਚੱਕਰਾਂ 'ਚ ਰਹੋ। ਬੇਸਿਕ ਇਨਫੋਰਮੇਸ਼ਨਸ ਨੂੰ ਲੈ ਕੇ ਤੁਸੀਂ ਕਾਫੀ ਕੁਝ ਇੰਟਰਵਿਊ ਦਾ ਜਿਹੜਾ ਪਾਰਟ ਹੈ ਉਹ ਪਹਿਲਾਂ ਹੀ ਕਲੀਅਰ ਕਰ ਸਕਦੇ ਹੋ। ਜਗਪ੍ਰੀਤ ਸਰ ਦਾ ਇੱਕ ਸ਼ੋਅ ਹੈ ਜਿਹੜਾ ਸ਼ਾਇਦ ਇਸ ਤੋਂ ਪਹਿਲਾਂ ਪਏਗਾ ਜਾਂ ਇਸ ਤੋਂ ਪਹਿਲਾਂ ਪੈ ਚੁੱਕਾ ਹੋਵੇਗਾ। ਅਗਰ ਤੁਸੀਂ ਉਹਨੂੰ ਮਿਸ ਨਾ ਕਰੋ ਤਾਂ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿੱਦਾਂ ਦੇ ਸਵਾਲ ਨੇ ਜਿਹੜੇ ਵੀਜ਼ਾ ਐਡਮਿਸ਼ਨ ਆਫਿਸਰ ਤੁਹਾਡੇ ਕੋਲ ਪੁੱਛਦੇ ਨੇ ਔਰ ਕੀ ਉਹਨਾਂ ਦੇ ਐਪਰੋਪ੍ਰੀਏਟ ਆਨਸਰ ਹੋ ਸਕਦੇ ਆ ਜਿਹੜੇ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਬਟ ਐਗਜ਼ੈਕਟਲੀ ਉਹ ਨਹੀਂ ਹੋ ਸਕਦੇ ਕਿਉਂਕਿ ਪ੍ਰੋਫਾਈਲ ਟੂ ਪ੍ਰੋਫਾਈਲ ਸਾਰੀ ਸਟੋਰੀ ਬਦਲਦੀ ਰਹਿੰਦੀ ਹੈ। ਬਟ ਕਦੀ ਵੀ ਕਿਸੇ ਵੀ ਗੱਲ ਦਾ ਜਵਾਬ 1 ਜਾਂ 2 ਸ਼ਬਦਾਂ 'ਚ ਅਗਰ ਤੁਸੀਂ ਖਤਮ ਕਰਦੇ ਹੋ ਤਾਂ ਤੁਸੀਂ ਇੱਕ ਲੈਕਨੈਸ ਉਹਨਾਂ ਨੂੰ ਸ਼ੋਅ ਕਰਦੇ ਹੋ ਆਪਣੇ ਵਿੱਚ। ਨਾਓ ਤੀਜਾ ਸਭ ਤੋਂ ਵੱਡਾ ਇਸ਼ੂ ਜਿੱਥੇ ਜ਼ਿਆਦਾਤਰ ਬੱਚੇ ਫੇਲ ਹੁੰਦੇ ਨੇ, ਐਗਜ਼ੈਕਟਲੀ ਇਹੀ ਇੱਕ ਮੇਨ ਕਾਰਨ ਬਣ ਜਾਂਦਾ ਜ਼ਿਆਦਾਤਰ ਬੱਚਿਆਂ ਦੇ ਫੇਲ ਹੋਣ ਦਾ, ਉਹ ਹੁੰਦਾ ਤੁਹਾਡਾ ਲੈਕ ਆਫ ਹੋਮਵਰਕ।
ਤੁਸੀਂ ਇਹ ਸਟੱਡੀ ਨਹੀਂ ਕਰਦੇ ਕਿ ਤੁਸੀਂ ਜਿਹੜੀ ਇੰਟਰਵਿਊ ਦੇ ਰਹੇ ਹੋ, ਜਿਸ ਯੂਨੀਵਰਸਿਟੀ ਦੀ ਦੇਣ ਜਾ ਰਹੇ ਹੋ, ਉਸ ਯੂਨੀਵਰਸਿਟੀ ਬਾਰੇ ਤੁਸੀਂ ਬੇਸਿਕ ਵੀ ਪੜ੍ਹਨ ਦੀ ਕਸ਼ਟ ਨਹੀਂ ਕਰਦੇ ਹੋ। ਇਹ ਸਭ ਤੋਂ ਵੱਡਾ ਬਲੰਡਰ ਕਰਦੇ ਹੋ। ਵੈਰੀ ਇੰਪੋਰਟੈਂਟ ਕਿ ਕਿਸੇ ਵੀ ਇੰਸਟੀਚਿਊਟ ਦੀ ਜਦੋਂ ਤੁਸੀਂ ਇੰਟਰਵਿਊ ਅਟੈਂਡ ਕਰਨੀ ਹੈ, ਉਹ ਇੰਟਰਵਿਊ ਬਾਰੇ, ਉਸ ਯੂਨੀਵਰਸਿਟੀ ਬਾਰੇ ਥੋੜਾ ਜਿਹਾ ਜ਼ਰੂਰ ਪੜ੍ਹੋ। ਉਹਨੂੰ ਪੜ੍ਹਨ ਲਈ ਵਿਕੀਪੀਡੀਆ ਇੰਟਰਨੈਟ ਤੇ ਤੁਹਾਨੂੰ ਹੈਲਪ ਕਰ ਸਕਦਾ ਹੈ, ਜਾਂ ਉਹ ਖੁਦ ਦੀ ਜਿਹੜੀ ਵੈਬਸਾਈਟ ਹੈ ਉਹਨਾਂ ਦੀ, ਉਹਦੇ ਉੱਤੇ ਵੀ ਅਬਾਊਟ ਅਸ 'ਚ ਜਾ ਕੇ ਤੁਸੀਂ ਕੁਛ ਨਾ ਕੁਛ ਯੂਨੀਵਰਸਿਟੀ ਬਾਰੇ ਐਸਾ ਜਾਣੋਗੇ ਜਿਹੜਾ ਤੁਹਾਨੂੰ ਇੱਕ ਵੈਲਿਊਏਬਲ ਉਹਦੇ 'ਚ ਆਨਸਰ ਐਡ ਕਰੂਗਾ। ਸੈਕਿੰਡ, ਜਿਹੜਾ ਕੋਰਸ ਤੁਸੀਂ ਪ੍ਰਪੋਜ਼ ਕੀਤਾ ਹੈ, ਜਿਹੜਾ ਤੁਸੀਂ ਪੜ੍ਹਨ ਜਾ ਰਹੇ ਹੋ, ਕੋਰਸ ਪਹਿਲਾਂ ਡਿਫਾਈਨ ਹੋ ਚੁੱਕਾ ਹੁੰਦਾ ਹੈ, ਡਿਸਾਈਡ ਹੋ ਚੁੱਕਾ ਹੁੰਦਾ ਹੈ। ਸੋ ਡੈਫੀਨੇਟਲੀ ਉਸ ਕੋਰਸ ਦੀ ਇੰਪੋਰਟੈਂਸ, ਉਸ ਕੋਰਸ ਦਾ ਤੁਹਾਡੀ ਪ੍ਰੀਵੀਅਸ ਸਟੱਡੀ ਨਾਲ ਰਿਲੇਸ਼ਨ, ਔਰ ਉਸ ਕੋਰਸ ਨੂੰ ਲੈ ਕੇ ਤੁਹਾਡੇ ਫਿਊਚਰ ਦੇ ਪ੍ਰੋਸਪੈਕਟਿਵ ਜਾਂ ਪਲਾਨਸ ਉਹ ਕੀ ਨੇ। ਅਗਰ ਤੁਸੀਂ ਇਹਨਾਂ ਚੀਜ਼ਾਂ ਤੇ ਅਗੇਨ ਤੁਸੀਂ ਕਲੀਅਰ ਨਹੀਂ ਹੋ, ਨਾਓ ਆਹ ਜਿਹੜੇ ਕੁਐਸਚਨ ਦਾ ਆਨਸਰ ਹੈ ਇਹਨੂੰ ਕਦੀ ਵੀ 2-3 ਲਾਈਨਾਂ 'ਚ ਵੀ ਨਾ ਦਵੋ। ਇਹਨੂੰ ਕੋਸ਼ਿਸ਼ ਕਰੋ ਤੁਹਾਡੇ ਕੋਲ ਬੈਕਅਪ 15 ਤੋਂ 20 ਲਾਈਨਾਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਇਹਦੇ ਉੱਤੇ ਜਿਹੜਾ ਐਡਮਿਸ਼ਨ ਆਫੀਸਰ ਹੈ ਹੋ ਸਕਦਾ ਉਹ ਰਿਲੈਕਸਲੀ ਤੁਹਾਨੂੰ ਸੁਣਨ ਬੈਠ ਜੇ, ਕਿਉਂਕਿ ਇਹ ਇੱਕ ਕੋਰ ਕੁਐਸਚਨ ਹੁੰਦਾ ਹੈ ਕਿਸੇ ਵੀ ਇੰਟਰਵਿਊ ਦਾ। ਸੋ ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਔਰ ਆਪਣਾ ਵੈਲ ਹੋਮਵਰਕ ਕਰਕੇ ਰੱਖੋ ਬਿਫੋਰ ਇੰਟਰਵਿਊ। ਔਰ ਇਹ ਜਿਹੜਾ ਹੋਮਵਰਕ ਹੁੰਦਾ ਹੈ, ਕਦੀ ਵੀ ਆਪਾਂ ਸੋਚਦੇ ਹਾਂ ਸਾਨੂੰ ਏਜੰਟ ਕਰਾ ਦੂਗਾ, ਏਜੰਟ ਨਹੀਂ ਕਰਾ ਸਕਦਾ। ਏਜੰਟ ਤੁਹਾਨੂੰ ਦੱਸ ਸਕਦਾ ਹੈ, ਸੋਰਸਿਸ ਦੇ ਸਕਦਾ ਹੈ। ਯਾਦ ਤੁਸੀਂ ਕਰਨਾ ਹੈ, 20-25 ਲਾਈਨਾਂ ਤੁਸੀਂ ਬਣਾਉਣੀਆਂ ਹੈ, ਸਮਝਣਾ ਉਹਨੂੰ ਤੁਸੀਂ ਹੈ। ਸੋ ਅਗਰ ਅੱਛੇ ਤਰੀਕੇ ਨਾਲ ਵਰਕਆਊਟ ਕਰੋਗੇ, ਅਗਰ ਆਪਣੇ ਸੁਪਨੇ ਨੂੰ ਅਚੀਵ ਕਰਨਾ ਚਾਹੁੰਦੇ ਹੁੰਦੇ ਆਪਾਂ ਕਦੀ ਵੀ ਜ਼ਿੰਦਗੀ 'ਚ, ਤੇ ਉਹਦੇ ਲਈ ਮਿਹਨਤ ਕਰਨ ਦਾ ਜੇ ਆਪਣੇ 'ਚ ਮੈਦਾ ਹੈਗਾ ਤਾਂ ਹੀ ਉਹ ਚੀਜ਼ ਸਾਕਾਰ ਹੁੰਦੀ ਹੈ, ਅਦਰਵਾਈਜ਼ ਉਹਨੂੰ ਕੋਈ ਤੁਹਾਡੀ ਝੋਲੀ 'ਚ ਆ ਕੇ ਨਹੀਂ ਪਾ ਸਕਦਾ। ਨਾਓ ਨੈਕਸਟ ਇੰਪੋਰਟੈਂਟ ਪੁਆਇੰਟ, ਫੋਰਥ, ਜਦੋਂ ਵੀ ਤੁਸੀਂ ਸਵਾਲਾਂ ਦਾ ਜਵਾਬ ਦਿੰਦੇ ਹੋ, ਇਹ ਚੀਜ਼ ਤੁਸੀਂ ਆਪਣੇ ਹੋਮਵਰਕ 'ਚ ਵੀ ਐਡ ਕਰ ਸਕਦੇ ਹੋ। ਜਦੋਂ ਤੁਸੀਂ ਸਵਾਲਾਂ ਦਾ ਜਵਾਬ ਦਿੰਦੇ ਹੋ, ਤੁਹਾਡੀ ਭਾਸ਼ਾ, ਤੁਹਾਡੇ ਬੋਲਣ ਦਾ ਸਟਾਈਲ, ਤੁਹਾਡੀ ਜਿਹੜੀ ਇੱਕ ਕਹਿ ਲਈਏ ਆਪਾਂ ਵੋਕੈਬਲਰੀ ਨੂੰ ਜਦੋਂ ਤੁਸੀਂ ਡਿਲੀਵਰ ਕਰ ਰਹੇ ਹੋ, ਉਹਦੇ 'ਚ ਇੱਕ ਕੌਨਫੀਡੈਂਸ ਦਿਖਣਾ ਚਾਹੀਦਾ ਹੈ। ਉਹਦੇ ਵਿੱਚ ਝਿਜਕ ਨਹੀਂ ਦਿਖਣੀ ਚਾਹੀਦੀ, ਉਹਦੇ ਵਿੱਚ ਘਬਰਾਹਟ ਨਹੀਂ ਦਿਖਣੀ ਚਾਹੀਦੀ, ਉਹਦੇ ਵਿੱਚ ਸ਼ਰਮ ਨਹੀਂ ਦਿਖਣੀ ਚਾਹੀਦੀ, ਉਹਦੇ ਵਿੱਚ ਬ੍ਰੇਕਸ ਨਹੀਂ ਲੱਗਣੀਆਂ ਚਾਹੀਦੀਆਂ। ਇੱਕ ਕੌਨਫੀਡੈਂਟ ਆਨਸਰ ਐਂਡ ਸਟ੍ਰੇਟ ਆਨਸਰ ਹੋਣਾ ਚਾਹੀਦਾ, ਜਿਹਦੇ ਨਾਲ ਵੀਜ਼ਾ ਆਫੀਸਰ ਨੂੰ ਜਾਂ ਤੁਹਾਡੇ ਐਡਮਿਸ਼ਨ ਆਫੀਸਰ ਨੂੰ ਲੱਗੇ ਕਿ ਬੱਚੇ ਦਾ ਜਿਹੜਾ ਵਿਜ਼ਨ ਹੈ ਉਹ ਆਪਣੇ ਭਵਿੱਖ ਨੂੰ ਲੈ ਕੇ, ਆਪਣੀ ਪੜ੍ਹਾਈ ਨੂੰ ਲੈ ਕੇ, ਆਪਣੇ ਪ੍ਰੈਜ਼ੈਂਟ ਸਿਨਾਰੀਓ ਨੂੰ ਲੈ ਕੇ ਬਹੁਤ ਜ਼ਿਆਦਾ ਕਲੀਅਰ ਹੈ। ਔਰ ਇਹ ਕਲੀਅਰ ਤਾਂ ਹੀ ਦਿਖਦਾ ਹੁੰਦਾ ਹੈ ਅਗਰ ਅਸੀਂ ਆਪਣੇ ਅੰਦਰ ਇੱਕ ਵਿਸ਼ਵਾਸ ਰੱਖਦੇ ਹਾਂ, ਔਰ ਅਸੀਂ ਜਦੋਂ ਸਾਡੇ ਅੰਦਰ ਵਿਸ਼ਵਾਸ ਹੋਊਗਾ ਤੇ ਫਿਰ ਅਸੀਂ ਇੱਕ ਕੌਨਫੀਡੈਂਸ ਸਾਡੇ ਅੰਦਰ ਡਿਵੈਲਪ ਹੁੰਦਾ ਹੈ ਉਸ ਚੀਜ਼ ਨੂੰ ਡਿਲੀਵਰ ਕਰਨ ਦਾ। ਸੋ ਜਿੰਨਾ ਚਿਰ ਤੁਸੀਂ ਕੌਨਫੀਡੈਂਟਲੀ ਆਪਣੀ ਇੰਟਰਵਿਊ ਨੂੰ ਡਿਲੀਵਰ ਨਹੀਂ ਕਰੋਗੇ, ਉਹ ਵੀ ਇੱਕ ਪ੍ਰੋਬਲਮ ਰਹੇਗੀ। ਅਗਰ ਤੁਸੀਂ 20 ਲਾਈਨਾਂ ਬੋਲ ਵੀ ਦਿੱਤੀਆਂ ਹੋਮਵਰਕ ਦੀਆਂ, ਬਟ ਉਹਨਾਂ ਨੂੰ ਤੁਸੀਂ ਇੱਦਾਂ ਬੋਲਿਆ ਕਿ ਜਿੱਦਾਂ ਖੁਦ ਹੀ ਘਬਰਾਏ ਫਿਰਦੇ ਹੋ, ਤਾਂ ਉਹ ਵੀ ਫਿਰ ਤੁਹਾਡੇ ਇੱਕ ਨੈਗੇਟਿਵ ਇਫੈਕਟ 'ਚ ਗਿਣਿਆ ਜਾਂਦਾ ਹੈ, ਉਹਨੂੰ ਇੱਕ ਰਟਿਆ ਰਟਾਇਆ ਆਨਸਰ ਗਿਣਿਆ ਜਾਂਦਾ ਹੈ। ਸੋ ਸਿਰਫ ਆਨਸਰ ਦੇਣਾ ਇਨਫ ਨਹੀਂ ਹੁੰਦਾ, ਆਨਸਰ ਕਿੱਦਾਂ ਦਿੱਤਾ ਜਾਂਦਾ ਹੈ ਉਹਦਾ ਵੀ ਇੱਕ ਇਫੈਕਟ ਹੁੰਦਾ। ਇੱਕ ਸਿਆਣਿਆਂ ਦੀ ਬੜੀ ਗੱਲ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਕਿ ਗੱਲ ਕਿਹੜੀ ਕਹਿਣੀ, ਕਿੱਥੇ ਕਹਿਣੀ ਤੇ ਕਿੱਦਾਂ ਕਹਿਣੀ ਬੰਦੇ ਨੂੰ ਆਉਣੀ ਚਾਹੀਦੀ ਹੈ। ਸੋ ਆਹ ਇੱਕ ਉਹਦਾ ਇੱਕ ਇੰਪੋਰਟੈਂਟ ਪਾਰਟ ਹੈ ਕਿ ਤੁਸੀਂ ਗੱਲ ਨੂੰ ਕਿੱਦਾਂ ਡਿਲੀਵਰ ਕਰਨਾ ਹੈ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਨਾਓ ਲਾਸਟ ਐਂਡ ਇੰਪੋਰਟੈਂਟ ਪੁਆਇੰਟ, ਜਿਹੜਾ ਸਭ ਤੋਂ ਜ਼ਿਆਦਾ ਜਦੋਂ ਤੁਹਾਡੀਆਂ ਇੰਟਰਵਿਊਜ਼ ਹੋਣੀਆਂ ਹੁੰਦੀਆਂ, ਤੁਹਾਨੂੰ ਪ੍ਰੀ ਡਿਫਾਈਨਡਲੀ ਪਤਾ ਹੁੰਦਾ ਤਾਂ ਕਈ ਵਾਰੀ ਤੁਹਾਡਾ ਇੰਟਰਨੈਟ ਨਹੀਂ ਚੱਲ ਰਿਹਾ ਹੁੰਦਾ, ਕਈ ਵਾਰੀ ਤੁਹਾਡੇ ਵੀਡੀਓ ਕਾਲਸ ਦਾ ਵੈਬਕੈਮ ਨਹੀਂ ਚੱਲ ਰਿਹਾ ਹੁੰਦਾ। ਇਹ ਚੀਜ਼ਾਂ ਤੇ ਤੁਸੀਂ ਬੱਚੇ ਪਹਿਲਾਂ ਹੋਮਵਰਕ ਕਰ ਸਕਦੇ ਆ। ਡਿਵਾਈਸ ਤੁਹਾਡੇ ਕੋਲ ਨੇ, ਉਹਨਾਂ ਦੇ ਤੁਸੀਂ ਪਹਿਲਾਂ ਟੈਸਟਿੰਗ ਕਿਉਂ ਨਹੀਂ ਕਰਕੇ ਰੱਖ ਸਕਦੇ? ਆਪਣੀ ਇੰਟਰਵਿਊ ਤੋਂ ਪਹਿਲਾਂ ਵੀ 1 ਘੰਟਾ ਜ਼ਰੂਰ ਟੈਸਟਿੰਗ ਕਰੋ। ਔਰ ਦੂਜਾ ਧਿਆਨ ਰੱਖਣਾ, ਕਿਉਂਕਿ ਇੰਡੀਆ 'ਚ ਆਪਣੇ ਇਲੈਕਟ੍ਰਿਸਿਟੀ ਦੀ ਫਲਕਚੁਏਸ਼ਨ ਬਹੁਤ ਹੈ। ਸੋ ਕੋਸ਼ਿਸ਼ ਕਰੋ ਕਿ ਜਿਸ ਵੀ ਡਿਵਾਈਸ ਤੋਂ, ਅਗਰ ਤਾਂ ਤੁਹਾਡੇ ਘਰ ਇਲੈਕਟ੍ਰਿਸਿਟੀ ਬੈਕਅਪ ਹੈ, ਇਟਸ ਗੁੱਡ, ਬਟ ਅਗਰ ਨਹੀਂਗਾ ਤਾਂ ਟਰਾਈ ਟੂ ਗੈਟ ਇਨ ਅ ਪਲੇਸ ਕਿ ਜਿੱਥੇ ਤੁਹਾਡਾ ਇੰਟਰਨੈਟ ਔਰ ਇਲੈਕਟ੍ਰਿਸਿਟੀ ਦੋਨੋਂ ਡਿਸਟਰਬ ਨਾ ਹੋਣ, ਔਰ ਉਹ ਜਿਹੜੀ ਇੰਟਰਵਿਊ ਹੈ ਫਲੂਐਂਟਲੀ ਚੱਲੇ। ਤੁਹਾਡੇ ਇਕਵਿਪਮੈਂਟ ਸ਼ੁੱਡ ਬੀ ਅ ਵੈਲ ਇਨ ਰੇਂਜ। ਅਗਰ ਤੁਸੀਂ ਮੋਬਾਈਲ ਫੋਨ ਵੀ ਯੂਜ਼ ਕਰਦੇ ਹੋ ਤਾਂ ਉਹ ਵੀ ਇੱਕ ਪ੍ਰੋਪਰ ਨੈਟਵਰਕ ਦੀ ਰੇਂਜ 'ਚ ਹੋਣਾ ਚਾਹੀਦਾ ਹੈ। ਸੋ ਪ੍ਰੀ ਡਿਫਾਈਨਡ ਇੰਟਰਵਿਊਜ਼ ਲਈ ਅਗਰ ਤੁਸੀਂ ਆਹ ਚੀਜ਼ਾਂ ਦੀ ਕਮੀ ਰੱਖਦੇ ਹੋ ਤਾਂ ਉਹਦਾ ਸਭ ਤੋਂ ਮਾੜਾ ਅਫਸਰ ਜਿਹੜਾ ਹੈ ਉਹ ਤੁਹਾਡੀ ਇੰਟਰਵਿਊ ਤੇ ਪੈਂਦਾ। ਸੋ ਪ੍ਰੋਫੈਸ਼ਨਲਿਜ਼ਮ ਦੀ ਲਾਈਨ 'ਚ ਆਓ। ਅਗਰ ਤੁਸੀਂ ਵਿਦੇਸ਼ ਜਾ ਕੇ ਪੜ੍ਹਨ ਦੀ ਸੋਚ ਰਹੇ ਹੋ, ਅੱਛੀਆਂ ਯੂਨੀਵਰਸਿਟੀ 'ਚ ਪੜ੍ਹਨ ਜਾਣ ਦੀ ਸੋਚ ਰਹੇ ਹੋ, ਤਾਂ ਉਹ ਤੁਹਾਡੇ ਕੋਲੋਂ ਐਦਾਂ ਦੀਆਂ ਗਲਤੀਆਂ ਐਕਸਪੈਕਟ ਨਹੀਂ ਕਰਦੇ। ਸੋ ਹੋਰ ਵੀ ਨਵੀਆਂ ਜਾਣਕਾਰੀ ਨਾਲ, ਇੰਪੋਰਟੈਂਟ ਇਨਫੋਰਮੇਸ਼ਨਸ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਵਾਂਗੇ। ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਕਿ ਹਰ ਤਰੀਕੇ ਨਾਲ ਉਹਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਹਰ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਕੰਮ ਦੀ ਹੈ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।